पतियार क्या कीजै। बचनी तोर मोर मन माने, जन को पूर्ण दीजै। हों बल बल जाऊं रमैया कारणे, कारण कवन अबो रहा। बहुत जन्म बिछरे थे माधो, हे जन्म तुम्हारे लेखे। कह रविदास आस लग जीवों, चिर पयो दर्शन देके। सतनाम वाहिगुरु जी। फरीदा रब खजूरी पक्कियां, माखे नई वहन। जो जो बंजे डेहड़ा, सो उमर हथ पवन। फरीदा रब खजूरी पक्कियां, माखे नई वहन। जो जो बंझै डिहड़ा, सो उमर हथ पवन। जुगो जुग अटल चबर छत्र तख दे मालक, हाजरा हजूर ज़ारा ज़हूर शब्द गुरु। धन सतगुरु गुरु ग्रंथ साहिब सच्चे पातशाह महाराज जी की पावन हाजूरी अंदर ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋਂ, ਵਡਿਆਂ ਭਾਗਾਂ ਵਾਲੇ ਹੋ। ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਆਪ ਜੀਆਂ ਨੇ ਰੱਬੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਗੁਰਮਤਿ ਵਿਚਾਰਾਂ ਦਾ। ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਅੱਜ ਦਾ 89 ਨੰਬਰ ਸ਼ਲੋਕ ਤੇ ਬਾਬਾ ਫਰੀਦ ਸਾਹਿਬ ਜੀ ਰਹਿਮਤ ਕਰਦੇ ਨੇ, ਆਖਦੇ ਨੇ ਕਿ ਰੱਬ ਖਜੂਰੀ ਪੱਕੀਆਂ, ਮਾਖੇ ਨਈ ਵਹਨ। ਬਾਬਾ ਫਰੀਦ ਸਾਹਿਬ ਨੇ ਅੱਜ ਕਿਰਪਾ ਕੀਤੀ, ਆਖਣ ਲੱਗੇ ਇਹ ਇਨਸਾਨ, ਰੱਬ ਨੇ ਸੰਸਾਰ ਦੇ ਅੰਦਰ ਬੜੇ ਸਵਾਦਲੇ ਬੜੇ ਪਦਾਰਥ ਪੈਦਾ ਕੀਤੇ ਨੇ ਕਿ ਇੱਥੇ ਰੱਬ ਖਜੂਰੀ ਪੱਕੀਆਂ ਤੋਂ ਭਾਵ ਖਜੂਰਾਂ ਭਾਵ ਕਿ ਦੁਨੀਆ ਦੇ ਪਦਾਰਥ ਜੋ ਜੀਵ ਜਿਨ੍ਹਾਂ ਦੇ ਨਾਲ ਜੁੜਿਆ ਹੋਇਆ ਹੈ ਸੁੱਖਾਂ ਦੇ ਨਾਲ, ਕਹਿੰਦੇ ਕਿ ਰੱਬ ਦੀਆਂ ਸੁੱਖਾਂ ਰੂਪੀ ਸਵਾਦਲੀਆਂ ਖਜੂਰਾਂ ਪੱਕੀਆਂ ਹੋਈਆਂ ਨੇ। ਤੇ ਨਾਲ ਆਖਦੇ ਨੇ ਕਿ ਮਾਖੇ ਨਈ ਵਹਨ, ਮਾਖਿਆ ਤੋਂ ਭਾਵ ਮਾਖੀ ਦੀਆਂ ਨਦੀਆਂ ਵਹਿ ਰਹੀਆਂ ਨੇ। ਪਰ ਨਾਲ ਹੀ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜੋ ਜੋ ਵੰਝੈ ਡੀਹੜਾ, ਕਿ ਜੋ ਜੋ ਵੰਝੈ ਤੋਂ ਭਾਵ ਗੁਜ਼ਰਦਾ ਹੈ, ਡੀਹੜਾ ਤੋਂ ਭਾਵ ਦਿਨ। ਕਿਉਂਕਿ ਬਾਬਾ ਫਰੀਦ ਸਾਹਿਬ ਨੇ ਠੇਠ ਪੰਜਾਬੀ ਦੇ ਅੰਦਰ ਇਹ ਸ਼ਲੋਕ ਉਚਾਰਨ ਕੀਤੇ ਨੇ। ਬਾਬਾ ਫਰੀਦ ਸਾਹਿਬ ਦੀ ਤਕਰੀਬਨ ਸਾਰੀ ਬਾਣੀ ਜਿਹੜੀ ਹੈ ਉਹ ਠੇਠ ਪੰਜਾਬੀ ਦੇ ਅੰਦਰ ਹੈ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜੋ ਜੋ ਵੰਝੈ ਡੀਹੜਾ, ਸੋ ਉਮਰ ਹੱਥ ਪਵਨ। ਕਹਿੰਦੇ ਕਿ ਜੋ ਦਿਨ ਬਤੀਤ ਹੋ ਗਿਆ ਭਾਵ ਕਿ ਉਮਰ ਨੇ ਜ਼ਿੰਦਗੀ ਦੇ ਉੱਪਰ ਹੱਥ ਪਾ ਲਏ ਨੇ, ਭਾਵ ਕਿ ਜ਼ਿੰਦਗੀ ਦਾ ਉਹ ਦਿਨ ਇੱਕ ਘਟ ਗਿਆ ਹੈ, ਉਮਰ ਉਹ ਬਤੀਤ ਹੋ ਗਈ ਹੈ ਜੇ ਦੁਨੀਆ ਦੇ ਰਸਾਂ ਦੇ ਅੰਦਰ ਪਦਾਰਥਾਂ ਅੰਦਰ ਖਚਿਤ ਰਹੇ। ਸਤਿਗੁਰ ਰਹਿਮਤ ਕਰਨ ਇਸ ਸ਼ਲੋਕ ਦੀ ਵਿਚਾਰ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰਦਿਆਂ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਦੁਨੀਆ ਦੇ ਪਦਾਰਥਾਂ ਦੇ ਵਿੱਚ ਜੋ ਸਵਾਦਲੇ ਪਦਾਰਥ ਨੇ, ਕਿਉਂਕਿ ਅੱਜ ਫਰੀਦ ਸਾਹਿਬ ਆਖਦੇ ਨੇ ਕਿ ਰੱਬ ਖਜੂਰੀ ਪੱਕੀਆਂ, ਰੱਬ ਦੀਆਂ ਪਦਾਰਥਾਂ ਰੂਪੀ ਸੁੱਖਾਂ ਰੂਪੀ ਖਜੂਰਾਂ ਪੱਕੀਆਂ ਹੋਈਆਂ ਨੇ। ਤੇ ਮਾਖੇ ਨਈ ਵਹਿਨ, ਮਾਖੇ ਦੀਆਂ ਨਦੀਆਂ ਵਹਿ ਰਹੀਆਂ ਨੇ। ਪਰ ਜੋ ਇਨਸਾਨ ਇਹਨਾਂ ਸੁੱਖਾਂ ਦੇ ਅੰਦਰ ਹੀ ਖਚਿਤ ਰਿਹਾ ਤੇ ਜ਼ਿੰਦਗੀ ਦਾ ਜੋ ਜੋ ਦਿਨ ਬਤੀਤ ਹੋਇਆ, ਵੰਝਿਆ ਤੋਂ ਭਾਵ ਗੁਜ਼ਰ ਗਿਆ, ਲੰਘ ਗਿਆ, ਡੇਹੜਾ ਤੋਂ ਭਾਵ ਦਿਨ, ਸੋ ਉਮਰ ਹੱਥ ਪਵਨ। ਕਹਿੰਦੇ ਕਿ ਉਹ ਜ਼ਿੰਦਗੀ ਦੇ ਉਸ ਦਿਹਾੜੇ ਨੂੰ
ਮਾਨੋ ਹੱਥ ਪੈ ਗਿਆ, ਭਾਵ ਕਿ ਉਹ ਉਮਰ ਦਾ ਦਿਨ ਘਟ ਗਿਆ ਜ਼ਿੰਦਗੀ ਦੇ ਵਿੱਚੋਂ। ਜੇ ਪਦਾਰਥਾਂ ਅੰਦਰ ਹੀ ਖਚਿਤ ਰਹੇ ਤੇ ਅੱਜ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਇਹਨਾਂ ਦੁਨਿਆਵੀ ਪਦਾਰਥਾਂ ਤੋਂ ਉੱਠ ਕੇ ਪਰਮੇਸ਼ਰ ਦਾ ਨਾਮ ਦਾ ਆਸਰਾ ਲੈ, ਕਿਉਂਕਿ ਇਹ ਦੁਨੀਆ ਦੇ ਪਦਾਰਥ ਸਮੇਂ ਦੇ ਨਾਲ ਇਹ ਦੁਨੀਆ ਦੇ ਪਦਾਰਥ ਵੀ ਕੋੜੇ ਹੋ ਜਾਂਦੇ ਨੇ। ਜਦੋਂ ਇਹਨਾਂ ਸਰੀਰ ਦੀ ਇੰਦਰੀਆਂ ਦਾ ਬਲ ਥੱਕ ਗਿਆ, ਇੰਦਰੀਆਂ ਦਾ ਬਲ ਕਮਜ਼ੋਰ ਹੋ ਗਿਆ, ਤੇ ਸੱਚ ਜਾਣਨਾ ਦਿਨਾਂ ਦੁਨੀਆ ਦੇ ਪਦਾਰਥਾਂ ਦੇ ਨਾਲ ਮਨੁੱਖ ਨੇ ਸਾਂਝ ਪਾਈ ਹੋਈ ਹੈ, ਪਦਾਰਥਾਂ ਦੇ ਨਾਲ ਉਹ ਜੁੜਿਆ ਹੋਇਆ ਹੈ। ਸਰੀਰ ਅੰਦਰ ਸਤਿਆ ਨਹੀਂ, ਸਰੀਰ ਅੰਦਰ ਤਾਕਤ ਨਹੀਂ ਉਹਨਾਂ ਪਦਾਰਥਾਂ ਨੂੰ ਭੋਗ ਸਕੇ। ਇੱਕ ਅਵਸਥਾ ਅੰਦਰ ਆ ਕੇ ਸੌਖੇ ਸ਼ਬਦਾਂ ਦੇ ਕਹਿ ਦੇਵਾਂ ਕਿ ਜਦੋਂ ਬੰਦੇ ਨੂੰ ਬੀਪੀ ਹੋ ਗਿਆ, ਜਦੋਂ ਸ਼ੂਗਰ ਹੋ ਗਈ, ਹੁਣ ਪਦਾਰਥ ਮੌਜੂਦ ਨੇ ਪਰ ਉਹਨਾਂ ਦਾ ਰਸ ਨਹੀਂ ਲੈ ਸਕਦਾ। ਫਿਰ ਮਨੁੱਖ ਨੂੰ ਕੇਵਲ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ। ਪਦਾਰਥ ਨੇ ਪਰ ਪਦਾਰਥਾਂ ਦਾ ਸੁੱਖ ਨਹੀਂ ਮਾਣ ਸਕਦਾ। ਪਰ ਪਰਮਾਤਮਾ ਦਾ ਨਾਮ ਐਸਾ ਹੈ ਜੋ ਜੀਵਨ ਅੰਦਰ ਸਦਾ ਹੀ ਆਨੰਦ ਬਣਾਈ ਰੱਖਦਾ ਹੈ, ਜਿਸ ਦੇ ਨਾਲ ਜੀਵਨ ਅੰਦਰ ਸਦਾ ਹੀ ਸੁੱਖ ਮਿਲਦਾ ਹੈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਪਰਮਾਤਮਾ ਦੇ ਉਸ ਨਾਮ ਰੂਪੀ ਸਰਮਾਏ ਦੇ ਨਾਲ ਤੂੰ ਸਾਂਝ ਪਾ। ਤੇ ਬਾਬਾ ਫਰੀਦ ਸਾਹਿਬ ਦੇ ਪਿੱਛੇ ਅਸੀਂ ਬਚਨ ਸਰਵਣ ਕੀਤਾ ਹੈ, ਉਹ ਆਖਦੇ ਨੇ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ। ਹੁਣ ਇਹ ਸਾਰੀਆਂ ਚੀਜ਼ਾਂ ਘਰਾਂ ਦੇ ਅੰਦਰ ਮੌਜੂਦ ਨੇ। ਸ਼ੱਕਰ ਖੰਡ ਇਹ ਤੁਹਾਨੂੰ ਸਮਝ ਆ ਗਿਆ। ਸ਼ੱਕਰ ਖੰਡ ਨਿਵਾਤ ਕਿਹਾ ਜਾਂਦਾ ਹੈ ਮਿਸ਼ਰੀ ਨੂੰ। ਮਾਖਿਓ ਮਾਝਾ ਦੁੱਧ, ਮਾਖਿਓ ਤੋਂ ਭਾਵ ਮਾਖੀ ਸ਼ਹਿਦ, ਔਰ ਮਾਝਾ ਦੁੱਧ ਤੋਂ ਭਾਵ ਮੱਝਾਂ ਦਾ ਦੁੱਧ ਜੋ ਬੜਾ ਮਿੱਠਾ ਹੈ ਔਰ ਬੜਾ ਗਾੜਾ ਦੁੱਧ ਹੈ। ਇਹ ਦੁਨੀਆ ਦੇ ਸਾਰੇ ਪਦਾਰਥ ਮਨੁੱਖ ਨੂੰ ਬੜੇ ਚੰਗੇ ਲੱਗਦੇ ਨੇ, ਪਰ ਫਰੀਦ ਸਾਹਿਬ ਆਖਦੇ ਨੇ ਕਿ ਜਦੋਂ ਮੈਂ ਪਰਮਾਤਮਾ ਦਾ ਨਾਮ ਰੂਪੀ ਉਹ ਆਨੰਦ ਦੇ ਨਾਲ ਜੁੜਿਆ ਤੇ ਇਹ ਦੁਨੀਆ ਦੇ ਪਦਾਰਥ ਹੁਣ ਫਿੱਕੇ ਲੱਗਣ ਲੱਗ ਪਏ। ਪਰਮਾਤਮਾ ਦਾ ਨਾਮ ਰੂਪੀ ਸਰਮਾਇਆ ਹੁਣ ਮਿੱਠਾ ਲੱਗਦਾ ਹੈ ਕਿ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ। ਇਹ ਸਾਰੀਆਂ ਵਸਤੂਆਂ ਸਾਰੇ ਪਦਾਰਥ ਮਿੱਠੇ ਨੇ, ਪਰ ਰੱਬ ਨਾ ਪੂਜਨ ਤੁਧ। ਪਰ ਇਹ ਦਾਤਾ ਤੇਰੇ ਨਾਮ ਦੇ ਤੁਲ ਕੋਈ ਨਹੀਂ ਹੈ, ਜੋ ਨਾਮ ਦੇ ਵਿੱਚੋਂ ਜੋ ਰਸ ਹੈ। ਅੱਜ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਰੱਬ ਖਜੂਰੀ ਪੱਕੀਆਂ। ਦੁਨੀਆ ਦੇ ਪਦਾਰਥ ਬੜੇ ਸਵਾਦਲੇ ਲੱਗਦੇ ਨੇ, ਮਾਖੇ ਨਹੀਂ ਵਹਨ, ਪਰ ਜ਼ਿੰਦਗੀ ਦਾ ਉਹ ਸਮਾਂ ਇਹਨਾਂ ਪਦਾਰਥਾਂ ਦੇ ਅੰਦਰ ਜੇ ਖਚਿਤ ਹੋ ਗਿਆ ਤੇ ਉਹ ਜ਼ਿੰਦਗੀ ਦਾ ਉਹ ਪਲ, ਉਹ ਦਿਨ, ਉਹ ਸਾਲ ਇਸ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਤੋਂ ਵਾਂਝਿਆਂ ਬਤੀਤ ਹੋਇਆ ਉਹ ਖੁਆਰੀ ਵੱਲ ਲੈ ਕੇ ਜਾਂਦਾ ਹੈ। ਅੱਜ ਫਰੀਦ ਸਾਹਿਬ ਜੀ ਨੇ ਨਾਮ ਦੀ ਗੱਲ ਕੀਤੀ ਤੇ ਨਾਮ ਦੀ ਗੱਲ ਕਰਦਿਆਂ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਪਰਮੇਸ਼ਰ ਦੇ ਨਾਮ ਦੇ ਨਾਲ, ਪ੍ਰਭੂ ਦੀ ਬੰਦਗੀ ਦੇ ਨਾਲ ਜੁੜ। ਸਤਿਗੁਰ ਪਾਤਸ਼ਾਹ ਜਦੋਂ ਬਾਣੀ ਪੜ੍ਹਦੇ ਹਾਂ ਤੇ ਪਾਵਨ ਬਾਣੀ ਅੰਦਰ ਗੁਰਦੇਵ ਪਾਤਸ਼ਾਹ ਰਹਿਮਤ ਕਰਦੇ ਨੇ, ਆਖਦੇ ਨੇ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਕਿ ਜਿਤਨੀ ਵੀ ਸਿਮਰਤੀਆਂ ਵੇਦਾਂ ਪੁਰਾਣਾਂ ਨੂੰ ਪੜ੍ਹਿਆ, ਧਾਰਮਿਕ ਗ੍ਰੰਥਾਂ ਨੂੰ, ਉਹਨਾਂ ਨੇ ਇੱਕੋ ਗੱਲ ਦਾ ਸਾਰ ਦਿੱਤਾ ਕਿ ਨਾਮ ਬਿਨਾ ਸਭ ਕੂੜ। ਨਾਮ ਤੋਂ ਬਿਨਾ ਸਾਰਾ ਕੁਝ ਵਿਅਰਥ ਹੈ, ਗਾਲੀ ਹੋਛੀਆਂ। ਤੇ ਗੁਰਦੇਵ ਆਖਦੇ ਕਿ ਅਵਰ ਕਾਜ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਕਿ ਹੋਰ ਜਿਹੜੇ ਕਾਰਜ ਨੇ ਜੇ ਇਹਨਾਂ ਕਾਰਜਾਂ ਅੰਦਰ ਪਰਮੇਸ਼ਰ ਦਾ ਨਾਮ ਸ਼ਾਮਿਲ ਨਾ ਹੋਇਆ। ਹੁਣ ਤੇ ਇਹ ਭਾਵ ਨਹੀਂ ਕਿ ਦੁਨੀਆ ਦੇ ਹੋਰ ਕਾਰਜ ਕਰਨੇ ਨਹੀਂ ਨੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ। ਪਹਿਲਾ ਉਪਦੇਸ਼ ਹੀ ਇਹ ਸੀ ਬਾਬੇ ਨਾਨਕ ਦਾ ਕਿ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਭਾਵ ਕਿ ਕਿਰਤੀ ਹੋਏ। ਇਥੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਤੋਂ ਭਾਵ ਹੈ ਕਿ ਦੁਨੀਆ ਦੇ ਕਾਰਜਾਂ ਅੰਦਰ ਹੀ ਖਚਿਤ ਹੋ ਕੇ ਜੇ ਰੱਬ ਦਾ ਨਾਮ ਵਿਸਰ ਗਿਆ ਤੇ ਗੁਰਦੇਵ ਆਖਦੇ ਨੇ ਕਿ ਉਹ ਕਾਰਜ ਕਿਸੇ ਲਾਭ ਨਹੀਂ, ਉਹ ਸਾਰੇ ਕਾਰਜ ਵਿਅਰਥ ਨੇ। ਉਹਨਾਂ ਕਾਰਜਾਂ ਅੰਦਰ ਰੱਬ ਦੀ ਸਿਫਤ ਵੀ ਸ਼ਾਮਿਲ ਹੋ ਜਾਏ, ਜਿਸ ਨੂੰ ਭਗਤ ਨਾਮਦੇਵ ਜੀ ਆਖਦੇ ਨੇ ਕਿ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੱਥਾਂ ਪੈਰਾਂ ਦੇ ਨਾਲ ਤੂੰ ਕਿਰਤ ਕਰ, ਹੱਥਾਂ ਪੈਰਾਂ ਦੇ ਨਾਲ ਦੁਨਿਆਵੀ ਕਾਰਜ ਕਰ, ਪਰ ਚਿਤ ਨਿਰੰਕਾਰ ਦੇ ਨਾਲ, ਪਰਮੇਸ਼ਰ ਦੇ ਨਾਲ ਜੋੜ ਕੇ ਰੱਖ, ਤਾਂ ਤੇਰੀ ਉਹ ਕੀਤੀ ਹੋਈ ਕਿਰਤ ਜਿਹੜੀ ਹੈ
सफली है कि जपो तां एको नामा अवर निराफल। कामा जे जपना है ते केवल एक नाम नू जप, एक नाम दी टेक लै। और देखो जबान दे नाल मनुख दा जपिया होया मनुख नू फर्श तों अर्श वल लैके चला जांदा है। जिथों मालिक दी ये धुरकी बाणी आई है, रब्बी बाणी आई है, जे उस मालिक दी बाणी दे नाल जुड़दा है सुरत करके, ते जिथों बाणी आई है मनुख दी सुरत उत्थे पहुंच जाती है। इसलिए गुरुदेव आखदे ने कि उस दे नाल जुड़न दा जो पहली पौड़ी है वो रसना है। रसना दे नाल परमेश्वर दे नाम दे नाल तू जुड़। धन गुरु अर्जुन देव पातशाह दे प्यारे बचन ने कि रसना गुण गोपाल नित गायण, शांत सहज रहस मन उपजियो, सगले दुख भलायण। गुरुदेव आखदे ने कि रसना दे नाल परमेश्वर दा नाम जप, रसना दे नाल जपिया ते हिरदे अंदर शांति पैदा हुई, रहस पैदा होया, खुशी पैदा हुई, सगले दुख भलायण। सारे दुख दूर हो गए। फिर जो मांगे सोई सोई पावे, सेव हर के चरण लसायण। रसना दे नाल जपिया, क्योंकि रसना वो पहली पौड़ी है। सतगुरु महाराज कबीर साहब जी का पावन बचन है, उस श्लोकां की आरंभता इथों करते ने। आखदे ने कि कबीर मेरी सिमरनी रसना उपरना। मनुख अपने हाथों के अंदर सिमरना रखते सन, जिन्हों सिमरनी किया है भगी कबीर साहब जी ने। वो आखते हैं कि मेरी तो सिमरनी ही यही है कि रसना उपर राम, मेरी रसना के उपर जो परमात्मा का नाम है, रसना करके मैं मालिक के नाम नू जपदा हाँ, परमेश्वर की सिफत सराह करदा हाँ, ये मेरी सिमरनी है। कबीर मेरी सिमरनी रसना उपर राम, आद जुगादी सगल भगत। आद तो भाव मुढ़ वेले तो, जुगाद तो भाव जुगा वेले, हर वेले जितने भी भगत इस संसार के अंदर इस दुनिया उपर आए ने, आखदे ने कि आद जुगाती सगल भगत ताको सुख विश्राम। परमात्मा के नाम के नाल टिकन लई इसलिए आखदे ने कि रसना के नाल परमेश्वर के नाम के नाल सांझ पा। कबीर साहब आखदे ने कि केसो केसो कुकी है। हुण इत्थे केसों तो भाव है केसां वाले, जो मालक केसां धारी है। केसो केसो कुकी है, ना सोइए असार रात दिवस के कूकने, कबू कै सुने पुकार। मालक दे चरनां दी पुकार करांगे, वो अज नहीं ते कल जरूर खैर पाएगा। जे रब एक पपीहे दी पुकार सुन सकता है, ते मनुख अवर जोन तेरी पनिहारी, इस धरती में तेरी सिकदारी। तेनू ते मालिक ने इस जिंदगी दे अंदर, इस मनुखी देही दे अंदर सिरमौर बनाया है कि होर सारियां जूना तेरे अगे पानी भरन वालियां ने, पर तेरी संसार दे अंदर जगत अंदर गुरुदेव आखदे ने कि सिरमौर है तू, तेरी सरदारी है। सो पातशाह रहमत करते ने, आखदे ने कि रसना दे नाल जप और साध संगत मनुख का संसार दे विच पहचान भी रसना करके बनती है, जबान करके ही बनती है। बच्चा जन्म लैंदा है, मां जबान दे नाल कहती है बेटा बोल मां। कुछ दिनों बाद बच्चा बोलना शुरू कर दिंदा है मां। जबान दे करके अपने मां नूं पुकारदा है, अपने पिता नूं पुकारदा है, परिवार दे होर जीआं नूं पुकारदा है। ये रसना ही है जिस दे नाल संसार दे जगत दे उहदा संबंध बनदा है। बहुते लोकां दा जिन्हां दी जबान ना होए, खिमा करना, संसार दे अंदर बहुता उन्हां दा संबंध नहीं बनदा। बचना करके ही जीव दा संसार दे मान इज्जत मिलदी है, ते भैड़े बोलां करके संसार अंदर उहदी खुआरी भी होंदी है। पर बचना करके अज भगत फरीद साहब जी आखते ने कि रसना दे नाल उस मालिक दा नाम जप, जिथे दुनिया के पदार्थां नूं सुखां नूं तू हंडारे है, क्योंकि रसना दे नाल जपिया होया ही परमात्मा दे घर दे विच तैनूं खैर पवाएगा, तैनूं रब दी हजूरी अंदर मान दिवाएगा। देखो अरशां तो ਜਦੋਂ सूरज चढ़ता है, किरण धरती पर आती है, तो समुद्रां दे विचों पानी भाप बन के
ਬੱਦਲ ਬਣ ਜਾਂਦੇ ਨੇ। ਅਰਸ਼ਾਂ ਤੋਂ ਧੁੱਪ ਆਈ, ਸੂਰਜ ਦੀਆਂ ਕਿਰਨਾਂ ਆਈਆਂ ਤੇ ਪਾਣੀ ਦੀ ਬੂੰਦ ਜੋ ਸੁੱਕ ਕੇ ਭਾਪ ਬਣ ਕੇ ਅਰਸ਼ਾਂ ਦੇ ਬੱਦਲ ਬਣ ਗਏ। ਇਸੇ ਤਰ੍ਹਾਂ ਮਾਲਕ ਦੇ ਘਰੋਂ ਜੋ ਸ਼ਬਦ ਆਇਆ ਹੈ, ਗੁਰੂ ਦਾ ਉਪਦੇਸ਼ ਆਇਆ ਹੈ, ਉਸ ਨੂੰ ਸੁਰਤ ਕਰਕੇ ਜੇ ਮਾਲਕ ਦੇ ਹਿਰਦੇ ਵਿੱਚ ਆਪਣੇ ਵਸਾ ਲਏ ਤੇ ਸੁਰਤ ਹੀ ਜੀਵ ਨੂੰ ਨਿਰੰਕਾਰ ਦੇ ਨਾਲ, ਪਰਮਾਤਮਾ ਦੇ ਨਾਲ ਜੋੜ ਦਿੰਦੀ ਹੈ। ਤਾਂ ਹੀ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਇੱਕ ਦੋ ਜੀਵੋ ਲੱਖ ਹੋਏ। ਮੇਰੀ ਇੱਕ ਜੇਬਾਂ ਤੋਂ ਲੱਖਾਂ ਹੋ ਜਾਣ ਤੇ ਲੱਖ ਹੋਵੇ ਲੱਖ 20, ਲੱਖਾਂ ਤੋਂ 20 ਲੱਖ ਹੋ ਜਾਣ ਤੇ ਇੱਥੇ ਹੀ ਬਸ ਨਹੀਂ। ਇੱਕ ਦੋ ਜੀਵੋਂ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਏ। ਉਹਨਾਂ 20 ਲੱਖ ਜੀਵਾਂ ਦੇ ਨਾਲ ਲੱਖਾਂ ਵਾਰੀ ਹੀ ਉਸ ਮਾਲਕ ਜੋ ਇੱਕ ਈਸ ਹੈ, ਜੋ ਸ੍ਰਿਸ਼ਟੀ ਦਾ ਮਾਲਕ ਹੈ, ਜਿਹਨੇ ਸਾਰੀ ਕਾਇਨਾਤ ਬਣਾਈ ਹੈ, ਉਸ ਮਾਲਕ ਨੂੰ ਜਪ। ਜਿਸ ਨੂੰ ਗੁਰਦੇਵ ਆਖਦੇ ਨੇ ਕਿ ਗੁਰਮੁਖ ਰੋਮ ਰੋਮ ਹਰਿ ਧਿਆਵੈ। ਗੁਰੂ ਦੀ ਸ਼ਰਨ ਪਿਆ ਹੋਇਆ ਜੀਵ ਫਿਰ ਮਾਲਕ ਨੂੰ ਰੋਮ ਰੋਮ ਦੇ ਨਾਲ ਧਿਆਉਂਦਾ ਹੈ। ਦੇਖੋ, ਰੱਬ ਨੇ ਜੀਵ ਦਾ ਸੋਹਣਾ ਸਰੂਪ ਤਿਆਰ ਕੀਤਾ ਹੈ ਤੇ ਸਾਨੂੰ ਤੇ ਹੁਕਮ ਵੀ ਹੈ ਕਿ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕਿਉਂਕਿ ਹਰ ਇੱਕ ਰੋਮ ਜਦੋਂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਤੇ ਹਰ ਇੱਕ ਰੋਮ ਦੇ ਵਿੱਚੋਂ ਮਾਲਕ ਦੀ ਧੁਨੀ, ਪ੍ਰਭੂ ਦੀ ਸਿਲਸਿਲਾ ਉੱਠਦੀ ਹੈ। ਇਸ ਨੂੰ ਬਾਣੀ ਕਹਿੰਦੀ ਹੈ। ਤੇ ਧੰਨ ਭਾਈ ਨੰਦ ਲਾਲ ਜੀ, ਹਾਲਾਂਕਿ ਨੰਦ ਲਾਲ ਜੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਦੇ ਉੱਪਰ ਆ ਕੇ ਅੰਮ੍ਰਿਤ ਪਾਨ ਕੀਤਾ ਤੇ ਭਾਈ ਨੰਦ ਸਿੰਘ ਜੀ ਬਣ ਗਏ ਸਨ, ਪਰ ਧੰਨ ਗੁਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰ ਦੇ ਉੱਪਰ ਭਾਈ ਨੰਦ ਲਾਲ ਜੀ ਨੇ ਇਹ ਬਚਨ ਕੀਤੇ, ਦਾਤਾ ਜਿਵੇਂ ਗੁਰਮੁਖ ਜੀ ਮਾਲਕ ਦੇ ਚਰਨਾਂ ਦੇ ਨਾਲ ਜੁੜ ਕੇ ਰੋਮ ਰੋਮ ਦੇ ਨਾਲ ਧਿਆਉਂਦਾ ਹੈ, ਮੇਰੇ ਤੇ ਵੀ ਕਿਰਪਾ ਕਰੋ, ਮੈਂ ਰੋਮ ਰੋਮ ਦੇ ਨਾਲ ਉਸ ਮਾਲਕ ਦਾ ਸ਼ੁਕਰ ਕਰ ਸਕਾਂ। ਮੈਂ ਉਸ ਪਰਮਾਤਮਾ ਦੀ ਬੰਦਗੀ ਦੇ ਨਾਲ, ਪ੍ਰਭੂ ਦੀ ਸਿਫਤ ਸਲਾਹ ਦੇ ਨਾਲ ਜੁੜ ਸਕਾਂ। ਤੇ ਜਿਸ ਦਰਵੇਸ਼ ਦੇ ਬਾਬਾ ਫਰੀਦ ਸਾਹਿਬ ਦੇ ਬਚਨਾਂ ਦੀ ਸਾਂਝ ਕਰ ਰਹੇ ਹਾਂ, ਬਾਬਾ ਫਰੀਦ ਸਾਹਿਬ ਜੀ ਜਿਨ੍ਹਾਂ ਦੇ ਮੁਰਸ਼ਦ ਹੋਏ ਨੇ, ਮੁਰਸ਼ਦ ਤੋਂ ਭਾਵ ਜਿਹੜੇ ਗੁਰੂ ਸਨ ਉਹਨਾਂ ਦੇ, ਉਹ ਬਖਤਿਆਰ ਕਾਕੀ ਸਨ। ਬਖਤਿਆਰ ਕਾਕੀ ਕੋਲੋਂ ਹੀ ਦਕਸ਼ਨਾ ਮਿਲੀ ਬਾਬਾ ਫਰੀਦ ਸਾਹਿਬ ਜੀ ਨੂੰ। ਤੇ ਅੱਗੇ ਬਾਬਾ ਫਰੀਦ ਸਾਹਿਬ ਜੀ ਦੇ ਜੋ ਸ਼ਾਗਿਰਦ ਨੇ, ਭਾਵ ਕਿ ਚੇਲੇ ਨੇ, ਉਹ ਖਵਾਜਾ ਨਿਜ਼ਾਮੂਦੀਨ ਨੇ। ਨਿਜ਼ਾਮੂਦੀਨ ਅੱਜ ਵੀ ਉਹਨਾਂ ਦੀ ਥਾਂ ਦਿੱਲੀ ਦੇ ਉੱਪਰ ਹੈ। ਤੇ ਨਿਜ਼ਾਮੂਦੀਨ ਉਹਨਾਂ ਨੂੰ ਕਿਸੇ ਨੇ ਸਵਾਲ ਕੀਤਾ ਸੀ ਕਿ ਖਵਾਜਾ ਸਾਹਿਬ ਤੁਸੀਂ ਬਾਬਾ ਫਰੀਦ ਸਾਹਿਬ ਦੀ ਸੰਗਤ ਕੀਤੀ ਹੈ। ਬਾਬਾ ਫਰੀਦ ਸਾਹਿਬ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬੜੇ ਨੇਮੀ ਸਨ। ਉਹਨਾਂ ਦੀ ਬਾਣੀ ਦੇ ਚੋਂ ਇਹ ਬਚਨ ਆਉਂਦੇ ਨੇ ਕਿ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬ ਹੀ ਚੱਲਣਾ ਆਇਆ ਪੰਜੇ ਵਕਤ ਮਸੀਤ। ਜਿਹੜੇ ਆਪ ਆਪਣੀ ਸਰਾਂ ਨੂੰ ਮੰਨਣ ਵਾਲੇ ਔਰ ਨੇਮ ਨੂੰ ਨਿਭਾਉਣ ਵਾਲੇ ਇਤਨੇ ਪੱਕੇ ਨੇ ਕਿ ਕਹਿੰਦੇ ਨੇ ਕਿ ਗਲੀਏ ਚਿੱਕੜ ਦੂਰ ਕਰ ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕਮਲੀ ਰਾਹਾਂ ਤਾਂ ਟੁੱਟੇ ਨੇ। ਇਤਨੇ ਨੇਮ ਦੇ ਪੱਕੇ 5 ਵੇਲੇ ਦੀ ਨਮਾਜ਼ ਅਦਾ ਕਰਦੇ ਸਨ। ਇਸ ਤੋਂ ਇਲਾਵਾ ਬਾਬਾ ਫਰੀਦ ਸਾਹਿਬ 5 ਵੇਲੇ ਦੀਆਂ ਨਮਾਜ਼ਾਂ ਤੋਂ ਇਲਾਵਾ ਵੀ ਪਰਮਾਤਮਾ ਦੇ ਖੁਦਾ ਦੇ ਚਰਨਾਂ ਦੇ ਵਿੱਚ ਜੁੜਦੇ ਸਨ। ਤੇ ਨਿਜ਼ਾਮੂਦੀਨ ਔਲੀਏ ਨੇ ਇਹ ਗੱਲ ਕਹੀ ਸੀ, ਕਹਿਣ ਲੱਗੇ ਮੈਂ ਉਹਨਾਂ ਦੀ ਸੰਗਤ ਕੀਤੀ ਹੈ ਜਿੱਥੇ ਉਹਨਾਂ ਦਾ ਟਿਕਾਣਾ ਹੈ। ਕਹਿੰਦੇ ਨੇ ਕਿ ਕੋਠੜੀ ਦੇ ਅੰਦਰ ਉਹਨਾਂ ਨੇ ਰਾਤ ਨੂੰ ਬੈਠ ਜਾਣਾ ਖੁਦਾ ਦੀ ਸਿਫਤ ਸਲਾਹ ਦੇ ਵਿੱਚ। ਤੇ ਜਦੋਂ ਜੁੜਦੇ ਸਨ ਸਾਰਾ ਸਰੀਰ ਉਹਨਾਂ ਦੇ ਪਾਏ ਹੋਏ ਤਨ ਦੇ ਕੱਪੜੇ ਹੰਝੂਆਂ ਦੇ ਨਾਲ ਗਿੱਲੇ ਹੋ ਜਾਂਦੇ ਸਨ। ਤੇ ਕਈ ਵਾਰੀ ਇਹ ਕਿਹਾ ਕਰਦੇ ਨੇ ਕਿ ਖੁਦਾ ਕਿ ਮੇਰਾ ਜੀਵਨ ਵੀ ਤੇਰੇ ਕਰਕੇ ਹੈ, ਮੇਰੀ ਮੌਤ ਵੀ ਤੇਰੇ ਕਰਕੇ ਹੈ। ਮੈਨੂੰ ਇਹ ਜ਼ਿੰਦਗੀ ਹੀ ਤੇਰੀ ਸਿਫਤ ਸਲਾਹ ਲਈ ਮਿਲੀ ਹੈ ਤੇ ਮੈਂ ਸੰਸਾਰ ਦੇ ਜੀ ਰਿਹਾ ਇਹ ਤੇਰੀ ਇਬਾਦਤ ਲਈ ਹੀ, ਤੇਰੀ ਸਿਫਤ ਸਲਾਹ ਲਈ ਹੀ। ਬਾਬਾ ਫਰੀਦ ਸਾਹਿਬ ਨੇ ਆਪਣਾ ਸਾਰਾ ਜੀਵਨ ਮਾਲਕ ਦੇ ਚਰਨਾਂ ਦੇ ਦਰਵੇਸ਼ ਬਣ ਕੇ, ਰੱਬ ਦਾ ਫਕੀਰ ਬਣ ਕੇ ਆਪਣੀ ਜ਼ਿੰਦਗੀ ਹੰਡਾਈ ਹੈ। ਖੈਰ ਸਤਿਗੁਰੂ ਮਹਾਰਾਜ ਰਹਿਮਤ ਕਰਦੇ ਨੇ ਜਿਹੜੇ ਪਰਮਾਤਮਾ ਦੇ ਚਰਨਾਂ ਦੇ ਨਾਲ ਇਕਮਿਕ ਹੋਏ ਨੇ, ਜਿਨ੍ਹਾਂ ਦੀ ਸੁਰਤ ਮਾਲਕ ਦੇ ਚਰਨਾਂ ਦੇ ਨਾਲ ਜੁੜੀ ਹੋਈ ਹੈ। ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਰੱਬ ਖਜੂਰੀ ਪੱਕੀਆਂ।
दुनिया के पदार्थां रूपी खजूरां पक्कियां हुई ने, बड़ियां स्वादलियां ने, बड़ियां सुख देंदियां ने। माखे नदी वहान ते माखी दी नदियां भी वह रही ने, भाव के बड़े स्वादले पदार्थ ने, पर इन्हां रसां कसां दे अंदर, इन्हां पदार्थां अंदर जे खचित रहे आ। ते आखदे ने कि जो जो वंजै डेहड़ा, जो जो दिन वंजै तो भाव गुजरदा है दिन, आखदे ने कि वो दिन इस तरह मन के चल फरीद कि वो तेरी जिंदगी दे चों 100 उम्र हथ पवन, भाव के उम्र नूं हथ पै रहे ने, क्योंकि मनुख की कोई बहुती मनियाद नहीं। हम आदमी हाँ एकदमी, मोहलत मौत न जाना। धन गुरु हरकृष्ण सच्चे पातशाह महाराज दिल्ली की धरती पर आए सन, इतिहास के जो दर्शन करने ने। गुरु हरकृष्ण सच्चे पातशाह दिल्ली आए ते मिर्जा राजा जय सिंह, जिसका बंगला सी दिल्ली दे विच, जिन्हों अज बंगला साहिब कहते हैं। दुनिया दे विच बड़े बंगले होए, ते दुनिया की गल ना करा, मैं केवल दिल्ली की गल करा। बड़े पुरातन बंगले होए होणगे, वड्डे वड्डे बादशाह इस दिल्ली के उपर रहे ने, पर केवल अज जे बंगला साहिब कोई है ते गुरु हरकृष्ण सच्चे पातशाह का दर ही है। भावें वो मिर्जा राजा जय सिंह का बंगला सी, ते धन गुरु हरकृष्ण सच्चे पातशाह महाराज के मुबारक चरण पे, ते राजे की घरवाली ने गोलियां वाले कपड़े धारण कर ले कि गुरु साहब की उम्र बड़ी छोटी है कि ये मैनू पछाण लैणगे। ते बाला प्रीतम अपने हाथ से छड़ी रखिया करते सन। महाराज जान गए, उन्होंने सारिया गोलियां के उपर एक एक बारी छड़ी रखी, आखन लगे ये नहीं राणी, ये नहीं राणी। तो जो राणी आई, राणी के सीस के उपर छड़ी रख के आखन लगे ये है राणी। तो इतिहास कहता है कि धन गुरु हरकृष्ण सच्चे पातशाह राणी की गोद विच बैठ के एक बचन के सन, कह लगे कि जे मालिक ने राज भाग दिता है तो उस मालिक का शुक्र कर, ये नाटक चेटक करके रब दे घर दे विच उहदी शरीकेबाजी ना कर, क्योंकि रब दा ते एक छोटी जी खेड़ है, वो राजियां नूं कंगाल कर दे ते कंगालां नूं राजा बना दे। उन्हां दा जो मन दा शंका सी वो निवृत्त हो गया। बाला प्रीतम के चरणों दे विच मत्था टेकिया उन्होंने। ते वो बंगला साहब की ही पावन धरती है, जिथे औरंगजेब वर्गे कट्टर जड़े ने आके जे दर्शन करने वास्ते आए। ते बाला प्रीतम ने नी धड़क होके बचन कहे सन, कह लगे कि औरंगजेब नूं असीं दर्शन नहीं देने, क्योंकि गुरु पिता का हुक्म है। गुरु हर राय साहब महाराज ने यह बचन किए सन कि ना मलेच्छ को दर्शन दे हैं, ना मलेच्छ को दर्शन ले हैं, कि असीं उस मलेच्छ दे दर्शन भी नहीं करने। ते औरंगजेब दरबार तो बाहर, बंगले तो बाहर खड़ा होके वापस चला गया। ते तुरन वेले आखन लगा, जे गुरु साहब मैनूं दर्शन नहीं देंदे ते कुछ उपदेश दे देण, क्योंकि राजियां महाराजियां की शुरू तो ही कामना रही है, जे किसी फकीर कोल, किसी पीर दे कोल गए हाँ ते उन्हां दे कोलों कुछ उपदेश मिल जाए। ते बाला प्रीतम ने फिर एक बचन लिख के भेजे सन गुरु नानक सच्चे पातशाह की बाणी दे विचों। महाराज कह लगे कि औरंगजेब नूं जाके ये बचन पढ़ा दिओ। सतगुरु गुरु नानक सच्चे पातशाह का बचन है, आखदे ने कि क्या खाद है कि पैदे होए जा मन नाही सच्चा सोए। कि भावें तू दुनिया के पदार्थ खा ले तो अपने तन दे पर कीमती तू कीमती वस्त्र धार ले। कि क्या खादा है कि पैदा होए जा मन नाही सच्चा सोए। जे मन दे अंदर सच्चे प्रभु दी निरंकार दी इबादत नहीं ते सारा कुछ व्यर्थ है। जो अज बाबा फरीद साहब कहते ने, आखते ने कि रब खजूरी पक्कियां, दुनिया के पदार्थ बड़े स्वादे लगते ने, माखै नई वहन, इते शब्द नई आया तो भाव है नदियां, कि माखिया दियां नदियां वह रही ने, भाव कि दुनिया के पदार्थ नूं बड़े स्वादे लगते ने, पर एक दिन इन्हां दे चों निराशता ही मिलनी है। सतगुर आखदे ने कि बिखै बन फीका त्यागरी सकीए नाम महारस पीओ।
ਇਹ ਦੁਨੀਆ ਦੇ ਪਦਾਰਥਾਂ ਨੂੰ ਤਿਆਗ ਕੇ ਪਰਮਾਤਮਾ ਦਾ ਨਾਮ ਰੂਪੀ ਰਸ ਪੀ, ਜਿਸ ਨਾਮ ਰੂਪੀ ਰਸ ਨੇ ਅੰਦਰ ਰੂਹਾਨੀਅਤ ਪੈਦਾ ਕਰਨੀ ਹੈ, ਜਿਸ ਨਾਮ ਨੇ ਅੰਦਰ ਦਾ ਸੁਖ ਤੈਨੂੰ ਦੇਣਾ ਹੈ, ਉਸ ਨਾਮ ਦੇ ਨਾਲ ਤੂੰ ਜੁੜਨਾ ਕਰ। ਤੇ ਅਗਲੇ ਫਿਰ ਪੰਕਤੀਆਂ ਅੰਦਰ ਫਰੀਦ ਸਾਹਿਬ ਆਖਦੇ ਨੇ ਕਿ ਜੋ ਜੋ ਵੰਜੈ ਡੀਹੜਾ, ਜੋ ਜੋ ਜ਼ਿੰਦਗੀ ਦਾ ਦਿਨ ਬਤੀਤ ਹੁੰਦਾ ਹੈ, ਸੋ ਉਮਰ ਹੱਥ ਪਵਨ, ਮਾਨੋ ਉਮਰ ਨੂੰ ਇੱਕ ਇੱਕ ਦਿਨ ਕਰਕੇ, ਇੱਕ ਇੱਕ ਸਵਾਸ ਕਰਕੇ ਉਮਰ ਨੂੰ ਹੱਥ ਪੈ ਰਹੇ ਨੇ, ਮਨੁੱਖ ਦੀ ਉਮਰ ਘਟ ਰਹੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕੋਲੋਂ ਜੋ ਸਵਾਲ ਕੀਤਾ ਸੀ ਗੁਰਦੇਵ ਪਾਤਸ਼ਾਹ, ਮਨੁੱਖ ਦੀ ਕਿਤਨੀ ਕੁ ਮਨਿਆਦ ਕੀਤੀ ਜਾ ਸਕਦੀ ਹੈ, ਮਨੁੱਖ ਦੀ ਕਿਤਨੀ ਕੁ ਉਮਰ ਹੈ? ਤੇ ਗੁਰਦੇਵ ਆਖਣ ਲੱਗੇ ਇਸ ਦਾ ਕੋਈ ਭਰੋਸਾ ਨਹੀਂ, ਇਹ ਤੇ ਅਗਲੇ ਸਾਹ ਦਾ ਇਹਦਾ ਭਰੋਸਾ ਨਹੀਂ ਹੈ ਕਿ ਹਮ ਆਦਮੀ ਹਾਂ ਇੱਕਦਮੀ ਮੋਹਲਤ ਮੌਤ ਨਾ ਜਾਣਾ। ਅਗਲੇ ਸਾਹ ਦਾ ਭਰੋਸਾ ਨਹੀਂ, ਜਿਹੜੇ ਸਵਾਸ ਅੰਦਰ ਗਏ ਨੇ ਪਤਾ ਨਹੀਂ ਉਹਨੇ ਬਾਹਰ ਆਣਾ ਹੈ ਕਿ ਨਹੀਂ ਆਣਾ। कि कहां बिसासा इस भांडे का इतनक लागे ठनका, इस शरीर रूपी भांडे का की भरोसा है कि थोड़ा जा ठेडा लगे और इन्हें फुट जाए। गुरु तेग बहादुर सच्चे पातशाह आखदे ने कि चेतना है तो चेत लै, निस दिन में प्राणी, छिन छिन ओद बिहात है, फुटे घट जो पानी। चेतना चेत लै, उस मालिक नूं याद कर लै। जिमें एक घड़े भरे हुए दे तरेड़ आ जाए ना ते पानी सिम सिम के बाहर निकल जाता है, घड़ा खाली रह गया ते जड़ा घड़ा फुट जाए साध संगत उन्होंने अपने घर दे कोई नहीं रखता, उन्होंने सुट देंदे ने। बस ये शरीर की भी यही हकीकत है। जदों शरीर रूपी इस घड़े दे चों स्वासा रूपी पानी मुक गया, फिर आद करी कोई ना रखे, घर ते देर निकार। जिस उस शरीर रूपी घड़े दे नाल मनुख दा बड़ा प्यार सी, जिंदगी दे बहुते पल उसने नाल गुजारे, पर जदों तक अंदर दी रूहानियत सी, जदों अंदर जोत सी, हंस चलसी डोमना यह तन ढेरी थी सी। जदों हंस रूपी आत्मा ने उडारी मार देनी ते फिर तन नूं कोई रखण नूं तैयार नहीं। ये संसार दा व्यवहार है, हकीकत है, अपने अपने ढंग दे नाल सारियां ने संभाल देना है। इसलिए गुरुदेव पातशाह 16 साहब की बाणी अंदर भी सानू रहमत करके समझाते ने कि करो बेनंती, सुनो मेरे मेता, संत टहल की बेला इहा खाट, चलो हर लाहा आगे बसन सुहेला, ओद घटै दिनस रहना रे। उम्र घट रही है, श्वास घट रहे ने, ओद घटै दिनस रहना रे, मन गुरमिल काज सवारे मना। गुरु नूं मिल के ये जिंदगी का कारज सवार लै। कबीर साहब जी का पहला वचन है कि जननी जान सुध बड़ा होत है, इतना को ना जाने कि दिन दिन ओद घटत है। बच्चे नूं वड्डियां होंदियां देख के मां प्यार दे कहती है कि बच्चा वड्डा हो रहा है, पर हकीकत विच जिंदगी का 1 साल गुजर गया है, होर बतीत हो गया है। इतना को ना जाने कि दिन दिन ओद घटत है, दिन दिन करके घट रहा है। इसलिए बाबा फरीद साहब आखदे ने कि दुनिया के पदार्थ नूं बड़े चंगे लगते हैं, दुनिया के पदार्थां अंदर रुझिया होए ते सच जानी इस संसार अंदर रहंदियां होइयां ही दुनिया के पदार्थां दे चों एक दिन तेनों निराशता मिलनी है। दुनिया के पदार्थां रूपी खजूरां ते पक्कियां हुई शहद दीयां नदियां भी मौजूद ने, पर शरीर अंदर सत्या नहीं, शरीर अंदर ताकत नहीं रहनी उन्होंने खाण नूं पचाण लई। ते आखदे ने कि जो पल जो जिंदगी दे ओ स्वादां दे अंदर समा गुजारिया, जिंदगी दे ओ पल व्यर्थ चले गए। जो जो वंजै डेहड़ा ते सो उम्र हथ भवन, जिंदगी दे ओ समा भाव के उम्र नूं हथ पै के वो समा अजाई बतीत हो गया। किधरे वो जिंदगी का अमोलक हीरे वर्गा जन्म अजाई ना चला जाए। इसलिए गुरुदेव अरदास करते ने कि विसर नाही दातार, अपना नाम देहो गुण गावां दिन रात। नानक चाओ एहो, नानक चाओ एहो। बोलदियां बेअंत भुल्लां गुरु समर्थ है, संगत बख्शण जोग है, बख्श देना आखो प्यार नाल जी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।